ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਕਿੱਸਾ ਕਾਵਿ ਦੇ ਕਵੀ ਵਾਰਿਸ ਸ਼ਾਹ ਦੁਆਰਾ ਲਿਖੇ ਕਿੱਸੇ ਹੀਰ ਰਾਂਝਾ ਬਾਰੇ ਗੱਲਬਾਤ ਕਰਾਂਗੇ। ਹੁਣ ਅਸੀਂ ਕਿੱਸੇ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ, ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ ਅਤੇ ਕੇਂਦਰੀ ਜਾਂ ਅੰਤਰੀਵ ਭਾਵ ਕਰਾਂਗੇ। ਇਸ ਕਿੱਸੇ ਵਿੱਚ ਕਵੀ ਨੇ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ। ਕਿੱਸੇ ਦਾ ਆਰੰਭ ਹੈ। ਇੱਕ ਤਖਤ ਹਜ਼ਾਰਿਓਂ ਗੱਲ ਕੀਚੇ, ਜਿੱਥੇ ਰਾਂਝਿਆਂ ਰੰਗ ਮਚਾਇਆ ਈ। ਸ਼ੈਲ ਗੱਭਰੂ ਮਸਤ ਅਲਬੇਲੜੇ ਨੀ, ਸੁੰਦਰ ਇੱਕ ਥੀਂ ਇੱਕ ਸਵਾਇਆ ਈ। ਵਾਲੇ ਕੋਕਲੇ ਮੁੰਦਰੀ ਮੰਝ ਲੂੰਗੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਈ। ਕੇਹੀ ਸਿਫਤ ਹਜ਼ਾਰੇ ਦੀ ਆਖ ਸਕਾਂ, ਗੋਇਆ ਪਿਸ਼ਤ ਜਮੀ ਤੇ ਆਇਆ ਈ। ਤਖਤ ਹਜ਼ਾਰਿਓਂ ਦਾ ਅਰਥ ਹੈ ਤਖਤ ਹਜ਼ਾਰਾ, ਜੋ ਕਿ ਰਾਂਝੇ ਦਾ ਪਿੰਡ ਸੀ। ਕੀਚੇ ਸ਼ਬਦ ਦਾ ਅਰਥ ਹੈ ਕਰਦਾ ਹਾਂ। ਰਾਂਝਿਆਂ ਸ਼ਬਦ ਦਾ ਅਰਥ ਹੈ ਰਾਂਝਾ ਇੱਕ ਜਾਤ ਹੈ। ਕਿੱਸੇ ਵਿਚਲੇ ਰਾਂਝੇ ਦਾ ਨਾਂ ਧੀਦੋ ਹੈ। ਰੰਗ ਮਚਾਇਆ ਈ ਭਾਵ ਰੌਣਕ ਲਾਈ ਹੈ। ਸ਼ੈਲ ਸ਼ਬਦ ਦਾ ਅਰਥ ਹੈ ਸੁੰਦਰ ਜਾਂ ਬਾਂਕੇ। ਅਲਬੇਲੜੇ ਸ਼ਬਦ ਦਾ ਅਰਥ ਹੈ ਮਸਤ ਜਾਂ ਬੇਫਿਕਰ। ਇੱਕ ਥੀਂ ਇੱਕ ਸਵਾਇਆ ਈ ਭਾਵ ਇੱਕ ਤੋਂ ਵੱਧ ਕੇ ਇੱਕ। ਮੰਝ ਸ਼ਬਦ ਦਾ ਅਰਥ ਹੈ ਲੱਕ ਦੁਆਲੇ। ਲੂੰਗੀ ਸ਼ਬਦ ਦਾ ਅਰਥ ਹੈ ਧਾਰੀਦਾਰ ਤਹਿਮਤ। ਠਾਠ ਸ਼ਬਦ ਦਾ ਅਰਥ ਹੈ ਸ਼ਾਨ ਜਾਂ ਸ਼ੋਭਾ। ਗੋਇਆ ਸ਼ਬਦ ਦਾ ਅਰਥ ਹੈ ਮਾਨੋ ਭਾਵ ਜਿਵੇਂ। ਪਿਸ਼ਤ ਸ਼ਬਦ ਦਾ ਅਰਥ ਹੈ ਸਵਰਗ। ਇਹਨਾਂ ਸਤਰਾਂ ਵਿੱਚ ਕਵੀ ਨੇ ਰਾਂਝਿਆਂ ਦੇ ਪਿੰਡ ਤਖਤ ਹਜ਼ਾਰੇ ਦੀ ਅਤੇ ਉੱਥੇ ਵੱਸਦੇ ਗੱਭਰੂਆਂ ਦੀ ਸਿਫਤ ਗਾਈ ਹੈ। ਕਵੀ ਕਹਿੰਦਾ ਹੈ ਕਿ ਮੈਂ ਤਖਤ ਹਜ਼ਾਰੇ ਦੀ ਇੱਕ ਗੱਲ ਕਰਦਾ ਹਾਂ, ਜਿੱਥੇ ਵੱਸਦੇ ਰਾਂਝਿਆਂ ਨੇ ਬੜੀ ਰੌਣਕ ਲਾਈ ਹੋਈ ਹੈ। ਉੱਥੋਂ ਦੇ ਰਹਿਣ ਵਾਲੇ ਰਾਂਝੇ ਬੜੇ ਬਾਂਕੇ ਅਤੇ ਬੇਪਰਵਾਹ ਗੱਭਰੂ ਹਨ। ਉਹ ਇੱਕ ਦੂਜੇ ਤੋਂ ਵੱਧ ਕੇ ਸੁੰਦਰ ਹਨ। ਉਹ ਕੰਨਾਂ ਵਿੱਚ ਵਾਲੇ, ਕੋਕਲੇ ਅਤੇ ਉਂਗਲੀਆਂ ਵਿੱਚ ਮੁੰਦਰੀਆਂ ਪਹਿਨਦੇ ਹਨ। ਉਹ ਲੱਕ ਨਾਲ ਧਾਰੀਦਾਰ ਤਹਿਮਤ ਬੰਨ੍ਹਦੇ ਹਨ। ਇਸ ਤਰ੍ਹਾਂ ਹਰ ਗੱਭਰੂ ਨੇ ਆਪਣੀ ਸ਼ੋਭਾ ਇੱਕ ਦੂਜੇ ਤੋਂ ਵੱਧ ਕੇ ਨਵੀਨ ਅਤੇ ਪ੍ਰਭਾਵਸ਼ਾਲੀ ਬਣਾਈ ਹੋਈ ਹੈ। ਕਵੀ ਕਹਿੰਦਾ ਹੈ ਕਿ ਮੈਂ ਤਖਤ ਹਜ਼ਾਰੇ ਦੀ ਸੁੰਦਰਤਾ ਦਾ ਕੀ ਬਿਆਨ ਕਰ ਸਕਦਾ ਹਾਂ। ਮੈਨੂੰ ਜਾਪਦਾ ਹੈ ਕਿ ਇਹ ਤਾਂ ਅਸਮਾਨਾਂ ਤੋਂ ਵਹਿਸ਼ਤ ਭਾਵ ਸਵਰਗ ਧਰਤੀ ਉੱਤੇ ਆਣ ਲੱਥਾ ਹੈ। ਕਿੱਸੇ ਦਾ ਆਰੰਭ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ
ਤਖਤ ਹਜ਼ਾਰਾ ਵਹਿਸ਼ਤ ਵਰਗਾ ਸੁੰਦਰ ਸੀ। ਉਹ ਰਾਂਝਿਆਂ ਦਾ ਪਿੰਡ ਸੀ। ਉੱਥੋਂ ਦੇ ਗੱਭਰੂ ਸੁੰਦਰ, ਸ਼ੈਲ ਛਬੀਲੇ ਅਤੇ ਸ਼ੌਕੀਨ ਸਨ, ਜੋ ਵਾਲੇ, ਕੋਕਲੇ, ਮੁੰਦਰੀਆਂ ਪਹਿਨਦੇ ਸਨ ਅਤੇ ਲੱਕ ਨਾਲ ਸੁੰਦਰ ਤਹਿਮਤਾਂ ਬੰਨ੍ਹਦੇ ਸਨ। ਜ਼ਮੀਨ ਦਾ ਬਟਵਾਰਾ। ਇਹਨਾਂ ਸਤਰਾਂ ਵਿੱਚ ਕਵੀ ਨੇ ਧੀਦੋ ਰਾਂਝੇ ਦੇ ਬਾਪ ਮੌਜੂ ਦੀ ਮੌਤ ਮਗਰੋਂ ਉਸ ਦੇ ਭਰਾਵਾਂ ਦੁਆਰਾ ਉਸ ਨਾਲ ਜ਼ਮੀਨ ਦੀ ਵੰਡ ਵਿੱਚ ਧੋਖਾ ਕਰਨ ਅਤੇ ਫਿਰ ਸ਼ਰੀਕਾਂ ਦੁਆਰਾ ਮਿਹਣੇ ਮਾਰ ਕੇ ਰਾਂਝੇ ਨੂੰ ਤੰਗ ਕਰਨ ਦਾ ਜ਼ਿਕਰ ਕੀਤਾ ਹੈ। ਹਜ਼ਰਤ ਕਾਜੀ ਤੇ ਪੈਂਚ ਸਦਾਏ ਸਾਰੇ, ਭਾਈਆਂ ਜਿਮੀ ਨੂੰ ਕੱਛ ਪਵਾਇਆ ਈ। ਵੱਡੀ ਦੇ ਜ਼ਮੀਨ ਦੇ ਬਣੇ ਮਾਲਿਕ, ਬੰਜਰ ਜਿਮੀ ਰੰਝੇਟੇ ਨੂੰ ਆਇਆ ਈ। ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਰਾਂਝੇ ਦੀ ਬਾਬ ਬਣਾਇਆ ਈ। ਗੱਲ ਭਾਬੀਆਂ ਇਹ ਬਣਾਏ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਈ। ਹਜ਼ਰਤ ਸ਼ਬਦ ਦਾ ਅਰਥ ਹੈ ਹਜੂਰ, ਭਾਵ ਬਜ਼ੁਰਗਾਂ ਲਈ ਸਤਿਕਾਰ ਬੋਧਕ ਸ਼ਬਦ। ਕੱਛ ਪਵਾਈ, ਭਾਵ ਜ਼ਮੀਨ ਦੀ ਮਿਣਤੀ ਕਰਨੀ। ਬਾਬ ਸ਼ਬਦ ਦਾ ਅਰਥ ਹੈ ਬੁਰੀ ਹਾਲਤ। ਫੱਕੜੀ ਲਾਈਆਂ ਈ, ਭਾਵ ਤੁਹਮਤ ਲਾਈ ਜਾਂ ਭੰਡੀ ਕਰਨੀ ਜਾਂ ਬਦਨਾਮੀ ਕਰਨੀ। ਧੀਦੋ ਰਾਂਝੇ ਦੇ ਬਾਪ ਮੌਜੂ ਦੇ ਮਰਨ ਮਗਰੋਂ ਉਸ ਦੇ ਭਰਾਵਾਂ ਨੇ ਹਜ਼ਰਤ, ਕਾਜੀ ਅਤੇ ਪੰਚਾਇਤ ਦੇ ਸਾਰੇ ਮੈਂਬਰਾਂ ਨੂੰ ਸੱਦ ਕੇ ਜ਼ਮੀਨ ਦੀ ਮਿਣਤੀ ਕਰਕੇ ਵੰਡ ਕੀਤੀ। ਉਹ ਉਹਨਾਂ ਨੂੰ ਵੱਡੀ ਦੇ ਕੇ ਚੰਗੀ ਜ਼ਮੀਨ ਦੇ ਮਾਲਕ ਆਪ ਬਣ ਗਏ। ਰਾਂਝੇ ਦੇ ਹਿੱਸੇ ਬੰਜਰ ਜਿਹੀ ਜ਼ਮੀਨ ਹੀ ਆਈ। ਰਾਂਝੇ ਦੇ ਸਾਰੇ ਸ਼ਰੀਕ ਖੁਸ਼ ਹੋ ਕੇ ਉਸ ਨੂੰ ਮਖੌਲ ਕਰਦੇ ਸਨ ਕਿ ਰਾਂਝੇ ਦੇ ਭਰਾਵਾਂ ਨੇ ਉਸ ਨਾਲ ਚੰਗੀ ਕੀਤੀ ਹੈ। ਰਾਂਝੇ ਦੀਆਂ ਭਾਬੀਆਂ ਨੇ ਹਰ ਰੋਜ਼ ਹੀ ਰਾਂਝੇ ਨੂੰ ਕੋਈ ਨਾ ਕੋਈ ਬਦਨਾਮੀ ਦੇਣ ਦਾ ਤਰੀਕਾ ਫੜ ਲਿਆ ਸੀ। ਜ਼ਮੀਨ ਦਾ ਬਟਵਾਰਾ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਪਿਓ ਦੇ ਮਰਨ ਮਗਰੋਂ ਜ਼ਮੀਨ ਦੀ ਵੰਡ ਸਮੇਂ ਰਾਂਝੇ ਦੇ ਭਰਾ ਕਾਜੀ ਤੇ ਪੰਚਾਇਤ ਨੂੰ ਵੱਡੀ ਦੇ ਕੇ ਚੰਗੀ ਜ਼ਮੀਨ ਦੇ ਮਾਲਕ ਬਣ ਗਏ, ਜਿਸ ਮਗਰੋਂ ਰਾਂਝੇ ਦੇ ਸ਼ਰੀਕ ਬਹੁਤ ਖੁਸ਼ ਹੋਏ ਅਤੇ ਉਸ ਦੀਆਂ ਭਾਬੀਆਂ ਉਸ ਨੂੰ ਹਰ ਰੋਜ਼ ਕੋਈ ਨਾ ਕੋਈ ਬਦਨਾਮੀ ਦੇਣ ਲੱਗੀਆਂ। ਰਾਂਝੇ ਦਾ ਮਸੀਤ ਵਿੱਚ ਜਾਣਾ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਰਾਂਝਾ ਭਰਾਵਾਂ ਭਾਬੀਆਂ ਦੇ ਸਲੂਕ ਤੋਂ ਤੰਗ ਆ ਕੇ ਤਖਤ ਹਜ਼ਾਰੇ ਨੂੰ ਛੱਡ ਕੇ ਇੱਕ ਪਿੰਡ ਦੀ ਮਸੀਤ ਵਿੱਚ ਪੁੱਜਾ, ਜਿੱਥੇ ਉਸ ਦੀ ਵੰਝਲੀ ਨੂੰ ਸੁਣਨ ਲਈ ਸਾਰਾ ਪਿੰਡ ਆ ਜੁੜਿਆ। ਵਾਹ ਲਾਏ ਰਹੇ ਭਾਈ ਭਾਬੀਆਂ ਵੀ, ਰਾਂਝਾ ਉੱਠ ਹਜ਼ਾਰਿਓਂ ਧਾਇਆ ਈ। ਭੁੱਖ ਨੰਗ ਨੂੰ ਚਾਗ ਕੇ ਪੰਧ ਕਰਦਾ, ਰਾਤੀ ਵਿੱਚ ਮਸੀਤ ਦੇ ਆਇਆ ਈ। ਹੱਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਵੀ ਖੂਬ ਬਣਾਇਆ ਈ। ਰੰਨ ਮਰਦ ਨਾ ਪਿੰਡ ਵਿੱਚ ਰਿਹਾ ਕੋਈ, ਸੱਬੇ ਗਿਰਦ ਮਸੀਤ ਦੇ ਧਾਇਆ ਈ। ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾ ਮਸੀਤ ਦਾ ਆਇਆ ਈ।
ਧਾਇਆ ਸ਼ਬਦ ਦਾ ਅਰਥ ਹੈ ਤੇਜ਼ੀ ਨਾਲ ਚੱਲ ਪਿਆ ਜਾਂ ਦੌੜਿਆ। ਝਾਗ ਕੇ ਭਾਵ ਦੁੱਖ ਸਹਿ ਕੇ। ਪੰਧ ਸ਼ਬਦ ਦਾ ਅਰਥ ਹੈ ਸਫ਼ਰ ਜਾਂ ਰਸਤਾ। ਰੰਨ ਸ਼ਬਦ ਦਾ ਅਰਥ ਹੈ ਤੀਵੀ। ਗਿਰਦ ਸ਼ਬਦ ਦਾ ਅਰਥ ਹੈ ਦੁਆਲੇ। ਰਾਂਝੇ ਦੇ ਭਰਾਵਾਂ ਤੇ ਭਾਬੀਆਂ ਨੇ ਬਹੁਤ ਜ਼ੋਰ ਲਾਇਆ ਕਿ ਉਹ ਤਖਤ ਹਜ਼ਾਰਾ ਛੱਡ ਕੇ ਨਾ ਜਾਵੇ, ਪਰ ਰਾਂਝਾ ਨਾ ਮੰਨਿਆ ਅਤੇ ਉਹ ਭੁੱਖ ਨੰਗ ਅਤੇ ਔਕੜਾਂ ਝਾਗਦਾ ਹੋਇਆ ਸਫ਼ਰ ਕਰਕੇ ਰਾਤੀ ਇੱਕ ਪਿੰਡ ਦੀ ਮਸੀਤ ਵਿੱਚ ਪੁੱਜਾ। ਰਾਂਝੇ ਨੇ ਅੱਧੀ ਰਾਤ ਨੂੰ ਹੱਥ ਵਿੱਚ ਵੰਝਲੀ ਫੜ ਕੇ ਵਜਾਉਣੀ ਸ਼ੁਰੂ ਕਰ ਦਿੱਤੀ ਅਤੇ ਅਨੋਖਾ ਹੀ ਰੰਗ ਬੰਨ੍ਹ ਦਿੱਤਾ। ਉਸ ਦੀ ਵੰਝਲੀ ਦੀ ਆਵਾਜ਼ ਦੇ ਖਿੱਚੇ ਹੋਏ ਪਿੰਡ ਦੇ ਸਾਰੇ ਮਰਦ ਤੀਵੀਆਂ ਘਰ ਛੱਡ ਕੇ ਮਸੀਤ ਦੇ ਦੁਆਲੇ ਆ ਇਕੱਠੇ ਹੋਏ। ਇਸੇ ਸਮੇਂ ਹੀ ਝਗੜਾ ਕਰ ਕਰਕੇ ਨਾ ਥੱਕਣ ਵਾਲਾ ਮਸੀਤ ਦਾ ਮੁੱਲਾ ਵੀ ਉੱਥੇ ਆ ਗਿਆ। ਰਾਂਝੇ ਦਾ ਮਸੀਤ ਵਿੱਚ ਜਾਣਾ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਰਾਂਝਾ ਭਰਾਵਾਂ ਤੇ ਭਾਬੀਆਂ ਦੇ ਵਤੀਰੇ ਤੋਂ ਤੰਗ ਆ ਕੇ ਆਪਣਾ ਪਿੰਡ ਤਖਤ ਹਜ਼ਾਰਾ ਛੱਡ ਕੇ ਹੱਥ ਵਿੱਚ ਵੰਝਲੀ ਫੜੀ ਭੁੱਖ ਨੰਗ ਝਾਗਦਾ ਹੋਇਆ ਇੱਕ ਮਸੀਤ ਵਿੱਚ ਪੁੱਜਾ, ਜਿੱਥੇ ਉਸ ਦੀ ਵੰਝਲੀ ਦੀ ਮਿੱਠੀ ਆਵਾਜ਼ ਸੁਣ ਕੇ ਪਿੰਡ ਦੇ ਸਾਰੇ ਮਰਦ ਤੀਵੀਆਂ ਆ ਜੁੜੇ ਅਤੇ ਫਿਰ ਝਗੜਾਲੂ ਮੁੱਲਾ ਵੀ ਉੱਥੇ ਆ ਗਿਆ। ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ। ਇਹਨਾਂ ਸਤਰਾਂ ਵਿੱਚ ਕਵੀ ਨੇ ਦੱਸਿਆ ਹੈ ਕਿ ਜਦੋਂ ਹੀਰ ਦੀ ਸੇਜ ਮੱਲ ਕੇ ਪਏ ਰਾਂਝੇ ਨੂੰ ਹੀਰ ਮਾਰ ਕੇ ਉਠਾਉਣ ਲਈ ਆਉਂਦੀ ਹੈ ਤਾਂ ਦੋਹਾਂ ਦੀਆਂ ਅੱਖਾਂ ਚਾਰ ਹੁੰਦਿਆਂ ਹੀ ਉਹਨਾਂ ਦਾ ਆਪਸ ਵਿੱਚ ਪਿਆਰ ਪੈ ਜਾਂਦਾ ਹੈ ਅਤੇ ਉਹ ਸਦੀਵੀ ਪ੍ਰੇਮ ਡੋਰੀ ਵਿੱਚ ਪਰੋਏ ਜਾਂਦੇ ਹਨ। ਕੂਕੇ ਮਾਰ ਹੀ ਮਾਰ ਤੇ ਪਕੜ ਸ਼ਮਕਾਂ ਪਰੀ ਆਦਮੀ ਤੇ ਕਹਿਰਵਾਨ ਹੋਈ। ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲੇ ਜ਼ੁਲਫ ਮੁਖੜੇ ਤੇ ਪਰੇਸ਼ਾਨ ਹੋਈ। ਸੂਰਤ ਯੂਸਫ ਦੀ ਵੇਖ ਤੈਮੂਸ ਬੇਟੀ ਸਣੇ ਮਾਲ ਕੇ ਬਹੁਤ ਹੈਰਾਨ ਹੋਈ। ਨੈਣ ਮਸਤ ਕਲੇਜੜੇ ਵਿੱਚ ਤਾਣੇ ਹੀਰ ਕੌਲ ਕੱਤੀ ਕੁਰਬਾਨ ਹੋਈ। ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ, ਕਾਈ ਨਹੀਂ ਉਹ ਗੱਲ ਬੇਸ਼ਾਨ ਹੋਈ। ਯੂਸਫ ਹਜ਼ਰਤ ਯਾਕੂਬ ਦਾ ਸਭ ਤੋਂ ਛੋਟਾ ਸੋਹਣਾ ਪੁੱਤਰ, ਜੋ ਭਰਾਵਾਂ ਦੀ ਈਰਖਾ ਦਾ ਸ਼ਿਕਾਰ ਹੋਇਆ ਸੀ। ਜ਼ੁਲੈਖਾ ਉਸ ਦੀ ਪ੍ਰੇਮਿਕਾ ਸੀ। ਤੈਮੂਸ ਬੇਟੀ ਭਾਵ ਜ਼ੁਲੈਖਾ। ਮਾਲਕੇ ਸ਼ਬਦ ਦਾ ਅਰਥ ਹੈ ਯੂਸਫ ਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ ਦੇ ਮਾਲਕ ਦਾ ਅਸਲੀ ਮਾਲਿਕ, ਜਿਸ ਨੇ ਯੂਸਫ ਨੂੰ ਖਰੀਦਿਆ ਸੀ। ਹੀਰ ਦੀਆਂ ਸਾਰੀਆਂ ਸਹੇਲੀਆਂ ਨੇ ਆਪਣੇ ਹੱਥਾਂ ਵਿੱਚ ਸ਼ਮਕਾਂ ਫੜੀਆਂ ਹੋਈਆਂ ਸਨ ਅਤੇ ਹੀਰ ਮਾਰੋ ਮਾਰ ਕੂਕ ਰਹੀ ਸੀ। ਇਸ ਪ੍ਰਕਾਰ ਪਰੀ ਵਰਗੀ ਸੁੰਦਰ ਹੀਰ ਰਾਂਝੇ ਵਰਗੇ ਆਦਮੀ ਉੱਪਰ ਕਹਿਰਵਾਨ ਹੋਈ ਪਈ ਸੀ। ਰਾਂਝੇ ਨੂੰ ਜਾਗ ਆਈ ਤਾਂ ਉਸਨੇ ਉੱਠ ਕੇ ਜਦੋਂ ਆਪਣੇ ਸਾਹਮਣੇ ਖੂਬਸੂਰਤ ਮੁਟਿਆਰ ਹੀਰ ਨੂੰ ਖੜੀ ਦੇਖਿਆ ਤਾਂ ਉਹ ਉਸ ਉੱਪਰ ਆਸ਼ਕ ਹੋ ਗਿਆ ਅਤੇ ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ ਵਾਹ ਸੱਜਣ। ਉਧਰ ਰਾਂਝੇ ਦੀ ਸੁੰਦਰਤਾ ਦੇਖ ਕੇ ਹੀਰ ਵੀ ਉਸ ਉੱਤੇ
ਮੋਹਿਤ ਹੋ ਗਈ। ਰਾਂਝੇ ਦੇ ਪਿਆਰ ਅਤੇ ਅਪਣੱਤ ਭਰੇ ਸ਼ਬਦ ਸੁਣ ਕੇ ਹੀਰ ਹੱਸ ਪਈ ਅਤੇ ਉਸ ਉੱਪਰ ਮਿਹਰਬਾਨ ਹੋ ਗਈ। ਇਸ ਮਿਲਣੀ ਸਮੇਂ ਰਾਂਝੇ ਦੀ ਕਛ ਵਿੱਚ ਵੰਝਲੀ ਅਤੇ ਕੰਨਾਂ ਵਿੱਚ ਪਏ ਵਾਲੇ ਅਤੇ ਦੂਜੇ ਪਾਸੇ ਹੀਰ ਦੇ ਮੁਖੜੇ ਉੱਪਰ ਲਟਕਦੀ ਜ਼ੁਲਫ ਹੈਰਾਨ ਹੋ ਗਏ। ਇਸ ਤਰ੍ਹਾਂ ਦੋਹਾਂ ਦਾ ਪਿਆਰ ਪੈ ਗਿਆ। ਦੋਹਾਂ ਦੇ ਪਿਆਰ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਤੈਮੂਸ ਦੀ ਬੇਟੀ ਜ਼ੁਲੈਖਾ, ਜੋ ਕਿ ਯੂਸਫ ਨੂੰ ਪਿਆਰ ਕਰਦੀ ਸੀ, ਉਹ ਯੂਸਫ ਨੂੰ ਖੂਹ ਵਿੱਚੋਂ ਕੱਢਣ ਵਾਲੇ ਗੁਲਾਮਾਂ ਦੇ ਮਾਲਕ ਦੇ ਅਸਲੀ ਮਾਲਿਕ ਸਮੇਤ ਹੈਰਾਨ ਹੋ ਗਈ ਹੋਵੇ। ਜਦੋਂ ਰਾਂਝੇ ਦੇ ਮਸਤ ਨੈਣ ਹੀਰ ਦੇ ਕਲੇਜੇ ਵਿੱਚ ਧੱਸੇ ਤਾਂ ਹੀਰ ਰਾਂਝੇ ਤੋਂ ਕੁਰਬਾਨ ਜਾਣ ਲੱਗੀ। ਹੀਰ ਨੇ ਕਿਹਾ ਕਿ ਚੰਗਾ ਹੋਇਆ ਕਿ ਮੈਂ ਰਾਂਝੇ ਨੂੰ ਨਹੀਂ ਮਾਰਿਆ। ਜੇਕਰ ਗਲਤੀ ਨਾਲ ਮਾਰ ਦਿੰਦੀ ਤਾਂ ਇਹ ਗੱਲ ਸ਼ਾਨ ਦੇ ਖਿਲਾਫ ਹੋ ਜਾਣੀ ਸੀ। ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਹੀਰ ਤੇ ਰਾਂਝੇ ਦਾ ਇੱਕ ਦੂਜੇ ਨੂੰ ਦੇਖਦਿਆਂ ਹੀ ਪਿਆਰ ਪੈ ਗਿਆ। ਉਹ ਇੱਕ ਦੂਜੇ ਦੀ ਸੁੰਦਰਤਾ ਦੇਖ ਕੇ ਇੱਕਦਮ ਇੱਕ ਦੂਜੇ ਵੱਲ ਮੋਹੇ ਗਏ ਅਤੇ ਉਹਨਾਂ ਦਾ ਆਪਸ ਵਿੱਚ ਪਿਆਰ ਪੈ ਗਿਆ। ਹੀਰ ਦਾ ਸਿਦਕ। ਇਹਨਾਂ ਸਤਰਾਂ ਵਿੱਚ ਕਵੀ ਨੇ ਰਾਂਝੇ ਤੋਂ ਵਿਛੜੀ ਹੀਰ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ ਹੈ। ਇਹ ਸਤਰਾਂ ਹੀਰ ਰਾਂਝੇ ਨੂੰ ਉਦੋਂ ਕਹਿੰਦੀ ਹੈ ਜਦੋਂ ਉਹ ਜੋਗੀ ਬਣ ਕੇ ਉਹਨਾਂ ਦੇ ਬੂਹੇ ਅੱਗੇ ਆਉਂਦਾ ਹੈ ਅਤੇ ਉਸ ਨੂੰ ਆਪਣੀ ਨਨਾਣ ਸਹਿਤੀ ਨਾਲ ਝਗੜਾ ਕਰਦਾ ਦੇਖ ਕੇ ਉਹ ਇਹ ਅੰਦਾਜ਼ਾ ਲਾ ਲੈਂਦੀ ਹੈ ਕਿ ਸ਼ਾਇਦ ਉਹ ਰਾਂਝਾ ਹੀ ਹੋਵੇ। ਇਹ ਸਤਰਾਂ ਕਹਿੰਦੀ ਹੋਈ ਹੀਰ ਰਾਂਝੇ ਜੋਗੀ ਅੱਗੇ ਇਹ ਪ੍ਰਗਟ ਨਹੀਂ ਕਰਦੀ ਕਿ ਉਸ ਨੇ ਉਸ ਨੂੰ ਪਛਾਣ ਲਿਆ ਹੈ। ਹੀਰ ਆਖਦੀ ਜੋਗੀਆ ਝੂਠ ਬੋਲੇ, ਕੌਣ ਰੁੱਠੜੇ ਯਾਰ ਮਿਲਾਉਂਦਾ ਈ। ਇਹਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆਨ ਨੂੰ ਮੋੜ ਲਿਆਉਂਦਾ ਈ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜਿਉਂ ਦਾ ਰੋਗ ਗਵਾਉਂਦਾ ਈ। ਭਲਾ ਦੱਸ ਖਾਂ ਚਿਰੀ ਵਿਛੁੰਨਿਆਂ ਨੂੰ, ਕਦੋਂ ਰੱਬ ਸੱਚਾ ਘਰੀ ਲਿਆਉਂਦਾ ਈ। ਹੀਰ ਰਾਂਝੇ ਜੋਗੀ ਨੂੰ ਕਹਿੰਦੀ ਹੈ ਕਿ ਉਹ ਝੂਠ ਬੋਲ ਰਿਹਾ ਹੈ ਕਿ ਉਹ ਆਪਣੀ ਕਰਾਮਾਤ ਨਾਲ ਵਿਛੜੇ ਯਾਰਾਂ ਨੂੰ ਮਿਲਾ ਸਕਦਾ ਹੈ। ਭਲਾ ਰੁੱਸੇ ਹੋਏ ਯਾਰ ਨੂੰ ਕੌਣ ਮਿਲਾ ਸਕਦਾ ਹੈ। ਉਹ ਭਾਲ ਭਾਲ ਕੇ ਥੱਕ ਗਈ ਹੈ। ਉਸ ਨੂੰ ਅਜਿਹਾ ਕੋਈ ਨਹੀਂ ਮਿਲਿਆ ਜਿਹੜਾ ਕਰਾਮਾਤ ਨਾਲ ਵਿਛੜੇ ਯਾਰ ਨੂੰ ਮੋੜ ਲਿਆਵੇ। ਹੀਰ ਕਹਿੰਦੀ ਹੈ ਕਿ ਜਿਹੜਾ ਉਸ ਦੇ ਦਿਲ ਦੇ ਰੋਗ ਨੂੰ ਗਵਾ ਦੇਵੇਗਾ, ਅਰਥਾਤ ਜਿਹੜਾ ਉਸ ਨੂੰ ਉਸ ਦੇ ਪ੍ਰੇਮੀ ਨਾਲ ਮਿਲਾ ਦੇਵੇਗਾ, ਉਹ ਭਾਵੇਂ ਉਸ ਦੇ ਚੰਮ ਦੀਆਂ ਜੁੱਤੀਆਂ ਬਣਾ ਕੇ ਆਪਣੇ ਪੈਰੀ ਪਾਵੇ, ਉਹ ਤਾਂ ਵੀ ਸੀ ਨਹੀਂ ਕਰੇਗੀ। ਹੀਰ ਰਾਂਝੇ ਜੋਗੀ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਦੱਸੇ ਕਿ ਸੱਚਾ ਰੱਬ ਉਸ ਦੇ ਚਿਰ ਦੇ ਵਿਛੜੇ ਯਾਰ ਨੂੰ ਕਦੋਂ ਉਸ ਕੋਲ ਲਿਆਵੇਗਾ। ਇਹ ਸਤਰਾਂ ਕਹਿ ਕੇ ਹੀਰ ਰਾਂਝੇ ਅੱਗੇ ਆਪਣੇ ਸਿਦਕ ਨੂੰ ਪੂਰੀ ਤਰ੍ਹਾਂ ਪ੍ਰਗਟ ਕਰ ਦਿੰਦੀ ਹੈ। ਹੀਰ ਦਾ ਸਿਦਕ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਹੀਰ ਰਾਂਝੇ ਦੇ ਵਿਛੋੜੇ ਵਿੱਚ ਬੁਰੀ ਤਰ੍ਹਾਂ ਬੇਹਾਲ ਸੀ ਅਤੇ ਉਹ
ਉਸ ਦਾ ਮਿਲਾਪ ਪ੍ਰਾਪਤ ਕਰਨ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਸੀ। ਕਿੱਸੇ ਦੀ ਸਮਾਪਤੀ। ਇਹ 17 ਮੂਲ ਕਿੱਸੇ ਦੇ ਅੰਤ ਵਿੱਚ ਆਉਂਦੀਆਂ ਹਨ ਅਤੇ ਇਹਨਾਂ ਵਿੱਚ ਕਵੀ ਕਿੱਸੇ ਦੀ ਸਮਾਪਤੀ ਅਤੇ ਇਸ ਦੇ ਸਾਹਿਤਿਕ ਗੁਣਾਂ ਦੇ ਲੋਕਾਂ ਉੱਪਰ ਪ੍ਰਭਾਵ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਖਤਮ ਰੱਬ ਦੇ ਕਰਮ ਦੇ ਨਾਲ ਹੋਈ ਫਰਮਾਇਸ਼ ਪਿਆਰੜੇ ਯਾਰ ਦੀ ਸੀ। ਐਸਾ ਸ਼ੇਰ ਕੀਤਾ ਪੁਰ ਮਗਜ ਮੌਜੀ ਜਿਹੀ ਮੋਤੀਆਂ ਲੜੀ ਸਵਾਰ ਦੀ ਸੀ। ਤੂਲ ਖੋਲ ਕੇ ਜ਼ਿਕਰ ਬਿਆਨ ਕਿਹਾ ਜਿਹਾ ਰੰਗ ਦੇ ਖੂਬ ਬਹਾਰ ਦੀ ਸੀ। ਤਮਸੀਲ ਦੇ ਨਾਲ ਬਿਆਨ ਕੀਤਾ ਜਿਹੀ ਜੀਨਤ ਲਾਲ ਦੇ ਹਾਰ ਦੀ ਸੀ। ਜੇ ਕੋਈ ਪੜ੍ਹੇ ਸੋ ਬਹੁਤ ਪ੍ਰਸੰਨ ਹੋਵੇ ਵਾਹ ਵਾਹ ਸਭ ਖਲਕ ਪੁਕਾਰਦੀ ਸੀ। ਵਾਰਿਸ ਸ਼ਾਹ ਨੂੰ ਸਿੱਖ ਦੀਦਾਰ ਦੀ ਸੀ ਜਿਹੀ ਹੀਰ ਨੂੰ ਭੜਕਣਾ ਯਾਰ ਦੀ ਸੀ। ਕਰਮ ਸ਼ਬਦ ਦਾ ਅਰਥ ਹੈ ਮਿਹਰ। ਪੁਰ ਮਗਜ ਭਾਵ ਪੂਰਾ ਦਿਮਾਗ ਲਾ ਕੇ। ਮੌਜੀ ਸ਼ਬਦ ਦਾ ਅਰਥ ਹੈ ਮੁਨਾਸਬ ਜਾਂ ਢੁਕਦਾ। ਤੂਲ ਸ਼ਬਦ ਦਾ ਅਰਥ ਹੈ ਲੰਬਾਈ ਜਾਂ ਵਿਸਥਾਰ। ਤਮਸੀਲ ਸ਼ਬਦ ਦਾ ਅਰਥ ਹੈ ਸਾਰਾ ਖੋਲ ਕੇ ਦੱਸਣਾ। ਜੀਨਤ ਸ਼ਬਦ ਦਾ ਅਰਥ ਹੈ ਸਜਾਵਟ। ਖਲਕ ਸ਼ਬਦ ਦਾ ਅਰਥ ਹੈ ਦੁਨੀਆ। ਦੀਦਾਰ ਸ਼ਬਦ ਦਾ ਅਰਥ ਹੈ ਦਰਸ਼ਨ। ਵਾਰਿਸ ਸ਼ਾਹ ਕਹਿੰਦਾ ਹੈ ਕਿ ਉਸ ਦੇ ਪਿਆਰੇ ਮਿੱਤਰ ਨੇ ਫਰਮਾਇਸ਼ ਕਰਕੇ ਉਸ ਨੂੰ ਹੀਰ ਦੀ ਪ੍ਰੀਤ ਕਹਾਣੀ ਨੂੰ ਕਵਿਤਾ ਵਿੱਚ ਲਿਖਣ ਲਈ ਕਿਹਾ ਸੀ ਅਤੇ ਇਸ ਕਹਾਣੀ ਨੂੰ ਕਵਿਤਾ ਵਿੱਚ ਬਿਆਨ ਕਰਨ ਦਾ ਕੰਮ ਰੱਬ ਦੀ ਮਿਹਰ ਨਾਲ ਪੂਰਾ ਹੋ ਗਿਆ ਹੈ। ਇਸ ਕਿੱਸੇ ਵਿੱਚ ਮੈਂ ਪੂਰਾ ਦਿਮਾਗ ਲਾ ਕੇ ਇੰਨੇ ਮੁਨਾਸਬ ਢੰਗ ਨਾਲ ਕਵਿਤਾ ਦੇ ਸ਼ੇਅਰ ਉਚਾਰੇ ਹਨ ਕਿ ਇਹ ਇੱਕ ਸਵਾਰ ਕੇ ਪਰੋਈ ਹੋਈ ਮੋਤੀਆਂ ਦੀ ਲੜੀ ਜਾਪਦੀ ਹੈ। ਇਸ ਕਿੱਸੇ ਵਿੱਚ ਮੈਂ ਸਾਰਾ ਬਿਆਨ ਪੂਰੇ ਵਿਸਥਾਰ ਨਾਲ ਖੋਲ ਕੇ ਪੇਸ਼ ਕਰਦਿਆਂ ਉਹ ਰੰਗ ਭਰਿਆ ਹੈ ਜੋ ਸੋਹਣੀ ਬਹਾਰ ਦਾ ਰੰਗ ਹੁੰਦਾ ਹੈ। ਮੈਂ ਇਸ ਕਿੱਸੇ ਦੇ ਬਿਆਨ ਨੂੰ ਖੋਲ ਕੇ ਇਸ ਵਿੱਚ ਉਹ ਸਜਾਵਟ ਭਰੀ ਹੈ ਜਿਹੜੀ ਸਜਾਵਟ ਦੀ ਹਾਰ ਵਿੱਚ ਪਰੋਏ ਜਾਣ ਵਾਲੇ ਲਾਲ ਨੂੰ ਜ਼ਰੂਰਤ ਹੁੰਦੀ ਹੈ। ਜਿਹੜਾ ਵੀ ਇਸ ਕਿੱਸੇ ਨੂੰ ਪੜ੍ਹਦਾ ਹੈ ਉਹ ਬਹੁਤ ਖੁਸ਼ ਹੁੰਦਾ ਹੈ ਅਤੇ ਸਾਰੀ ਦੁਨੀਆ ਇਸ ਕਿੱਸੇ ਨੂੰ ਸੁਣ ਕੇ ਇਸ ਦੀ ਤਾਰੀਫ ਵਿੱਚ ਵਾਹ ਵਾਹ ਕਰ ਰਹੀ ਹੈ। ਇਹ ਕਿੱਸਾ ਲਿਖਣ ਸਮੇਂ ਵਾਰਿਸ ਸ਼ਾਹ ਦੇ ਦਿਲ ਵਿੱਚ ਆਪਣੇ ਪਿਆਰੇ ਨੂੰ ਮਿਲਣ ਦੀ ਇਸੇ ਤਰ੍ਹਾਂ ਤੀਬਰ ਇੱਛਾ ਸੀ ਜਿਸ ਤਰ੍ਹਾਂ ਹੀਰ ਦੇ ਮਨ ਵਿੱਚ ਆਪਣੇ ਯਾਰ ਰਾਂਝੇ ਨੂੰ ਮਿਲਣ ਦੀ ਤੜਫ ਸੀ। ਕਿੱਸੇ ਦੀ ਸਮਾਪਤੀ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਯਾਰ ਦੀ ਫਰਮਾਇਸ਼ ਉੱਤੇ ਪੂਰਾ ਦਿਮਾਗ ਲਾ ਕੇ ਪੂਰੀ ਤਰ੍ਹਾਂ ਖੋਲ ਕੇ ਅਤੇ ਸ਼ਿੰਗਾਰ ਕੇ ਲਿਖਿਆ ਹੈ ਜਿਸ ਨੂੰ ਸੁਣਨ ਵਾਲਾ ਹਰ ਕੋਈ ਉਸ ਦੀ ਖੂਬ ਪ੍ਰਸ਼ੰਸਾ ਕਰਦਾ ਹੈ। ਹੁਣ ਅਸੀਂ ਵਾਰਿਸ ਸ਼ਾਹ ਦੁਆਰਾ ਲਿਖੇ ਕਿੱਸੇ ਹੀਰ ਦੇ ਵਸਤੂਨਿਸ਼ਠ ਪ੍ਰਸ਼ਨ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ ਵਾਰਿਸ ਸ਼ਾਹ ਨੇ ਕਿਹੜਾ ਕਿੱਸਾ ਲਿਖਿਆ? ਉੱਤਰ ਹੈ ਹੀਰ ਰਾਂਝਾ। ਅਗਲਾ ਪ੍ਰਸ਼ਨ ਹੈ ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿੱਚ ਕਿਸ ਦੀ ਪ੍ਰੀਤ ਕਹਾਣੀ ਨੂੰ ਲਿਖਿਆ ਹੈ? ਉੱਤਰ ਹੈ ਹੀਰ ਰਾਂਝੇ ਦੀ ਪ੍ਰੀਤ ਕਹਾਣੀ
ਨੂੰ। ਅਗਲਾ ਪ੍ਰਸ਼ਨ ਹੈ, ਹੀਰ ਰਾਂਝੇ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ? ਉੱਤਰ ਹੈ ਵਾਰਿਸ ਸ਼ਾਹ ਨੇ। ਅਗਲਾ ਪ੍ਰਸ਼ਨ ਹੈ, ਰਾਂਝੇ ਦਾ ਪਿੰਡ ਕਿਹੜਾ ਸੀ? ਉੱਤਰ ਹੈ ਤਖਤ ਹਜ਼ਾਰਾ। ਅਗਲਾ ਪ੍ਰਸ਼ਨ ਹੈ, ਤਖਤ ਹਜ਼ਾਰਾ ਕਿਹੋ ਜਿਹਾ ਪਿੰਡ ਸੀ? ਉੱਤਰ ਹੈ ਧਰਤੀ ਦਾ ਵਹਿਸ਼ਤ। ਅਗਲਾ ਪ੍ਰਸ਼ਨ ਹੈ, ਵਾਰਿਸ ਸ਼ਾਹ ਧਰਤੀ ਦਾ ਵਹਿਸ਼ਤ ਕਿਸ ਨੂੰ ਕਹਿੰਦਾ ਹੈ? ਉੱਤਰ ਹੈ ਤਖਤ ਹਜ਼ਾਰੇ ਨੂੰ। ਅਗਲਾ ਪ੍ਰਸ਼ਨ ਹੈ, ਰਾਂਝੇ ਦੇ ਭਰਾਵਾਂ ਨੇ ਕਿਸ ਨੂੰ ਸੱਦ ਕੇ ਜ਼ਮੀਨ ਦੀ ਮਿਣਤੀ ਕਰਵਾਈ? ਉੱਤਰ ਹੈ ਕਾਜੀ ਅਤੇ ਪੰਚ ਨੂੰ। ਅਗਲਾ ਪ੍ਰਸ਼ਨ ਹੈ, ਰਾਂਝੇ ਦੇ ਭਰਾਵਾਂ ਨੇ ਚੰਗੀ ਜ਼ਮੀਨ ਪ੍ਰਾਪਤ ਕਰਨ ਲਈ ਕਾਜੀ ਅਤੇ ਪੰਚ ਨੂੰ ਕੀ ਦਿੱਤਾ? ਉੱਤਰ ਹੈ ਵੱਡੀ। ਅਗਲਾ ਪ੍ਰਸ਼ਨ ਹੈ, ਰਾਂਝੇ ਦੇ ਹਿੱਸੇ ਕਿਹੋ ਜਿਹੀ ਜ਼ਮੀਨ ਆਈ? ਉੱਤਰ ਹੈ ਬੰਜਰ। ਅਗਲਾ ਪ੍ਰਸ਼ਨ ਹੈ, ਰਾਂਝੇ ਨਾਲ ਜ਼ਮੀਨ ਦੀ ਵੰਡ ਵਿੱਚ ਧੋਖਾ ਹੋਣ 'ਤੇ ਕੌਣ ਖੁਸ਼ ਸਨ? ਉੱਤਰ ਹੈ ਸ਼ਰੀਕ। ਅਗਲਾ ਪ੍ਰਸ਼ਨ ਹੈ, ਰਾਂਝਾ ਅੱਧੀ ਰਾਤ ਨੂੰ ਮਸੀਤ ਵਿੱਚ ਕੀ ਵਜਾਉਣ ਲੱਗਾ? ਇਸ ਪ੍ਰਸ਼ਨ ਦਾ ਉੱਤਰ ਹੈ ਵੰਜਲੀ। ਅਗਲਾ ਪ੍ਰਸ਼ਨ ਹੈ, ਪਿੰਡ ਦੇ ਤੀਵੀਆਂ ਮਰਦ ਕਾਹਦੀ ਆਵਾਜ਼ ਸੁਣ ਕੇ ਮਸੀਤ ਵੱਲ ਚੱਲ ਪਏ? ਇਸ ਪ੍ਰਸ਼ਨ ਦਾ ਉੱਤਰ ਹੈ ਰਾਂਝੇ ਦੀ ਵੰਜਲੀ ਦੀ। ਅਗਲਾ ਪ੍ਰਸ਼ਨ ਹੈ, ਵਾਰਿਸ ਸ਼ਾਹ ਮੁੱਲਾਂ ਦੇ ਚਰਿੱਤਰ ਬਾਰੇ ਕਿਹੜੇ ਸ਼ਬਦ ਵਰਤਦਾ ਹੈ? ਉੱਤਰ ਹੈ ਝਗੜਿਆਂ ਦੀ ਪੰਡ। ਅਗਲਾ ਪ੍ਰਸ਼ਨ ਹੈ, ਵਾਰਿਸ ਸ਼ਾਹ ਨੇ ਪਰੀ ਕਿਸ ਨੂੰ ਕਿਹਾ ਹੈ? ਇਸ ਪ੍ਰਸ਼ਨ ਦਾ ਉੱਤਰ ਹੈ ਹੀਰ ਨੂੰ। ਅਗਲਾ ਪ੍ਰਸ਼ਨ ਹੈ, ਕਿਸ ਦੇ ਮੁਖੜੇ ਉੱਤੇ ਜ਼ੁਲਫ ਪਰੇਸ਼ਾਨ ਹੋ ਰਹੀ ਸੀ? ਉੱਤਰ ਹੈ ਹੀਰ ਦੇ। ਅਗਲਾ ਪ੍ਰਸ਼ਨ ਹੈ, ਤੈਮੂਸ ਦੀ ਬੇਟੀ ਕੌਣ ਸੀ? ਉੱਤਰ ਹੈ ਜ਼ੁਲੈਖਾ। ਅਗਲਾ ਪ੍ਰਸ਼ਨ ਹੈ, ਜੋਗੀ ਕੌਣ ਸੀ? ਇਸ ਪ੍ਰਸ਼ਨ ਦਾ ਉੱਤਰ ਹੈ ਰਾਂਝਾ। ਅਗਲਾ ਪ੍ਰਸ਼ਨ ਹੈ, ਹੀਰ ਕਿਸ ਦੇ ਵਿਛੋੜੇ ਵਿੱਚ ਤੜਫ ਰਹੀ ਸੀ? ਉੱਤਰ ਹੈ ਰਾਂਝੇ ਦੇ। ਅਗਲਾ ਪ੍ਰਸ਼ਨ ਹੈ, ਵਾਰਿਸ ਸ਼ਾਹ ਕਿਸ ਕਾਵਧਾਰਾ ਦਾ ਕਵੀ ਹੈ? ਉੱਤਰ ਹੈ ਕਿੱਸਾ ਕਾਵਧਾਰਾ ਦਾ। ਅਗਲਾ ਪ੍ਰਸ਼ਨ ਹੈ, ਵਾਰਿਸ ਸ਼ਾਹ ਨੇ ਹੀਰ ਰਾਂਝੇ ਦਾ ਕਿੱਸਾ ਕਦੋਂ ਸੰਪੂਰਨ ਕੀਤਾ? ਉੱਤਰ ਹੈ 1766 ਈਸਵੀ ਵਿੱਚ। ਅਗਲਾ ਪ੍ਰਸ਼ਨ ਹੈ, ਪੰਜਾਬੀ ਕਿੱਸਾ ਕਾਵਿ ਦੀ ਸ਼ਾਹਕਾਰ ਰਚਨਾ ਕਿਹੜੀ ਹੈ? ਉੱਤਰ ਹੈ ਹੀਰ ਵਾਰਿਸ ਸ਼ਾਹ। ਇਹ ਸੀ ਕਿੱਸਾ ਕਾਵਧਾਰਾ ਦੇ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ਕਿੱਸਾ ਹੀਰ, ਜਿਸ ਵਿੱਚ ਕਿੱਸਾਕਾਰ ਨੇ ਕਿੱਸੇ ਦਾ ਆਰੰਭ, ਜ਼ਮੀਨ ਦਾ ਬਟਵਾਰਾ, ਰਾਂਝੇ ਦਾ ਮਸੀਤ ਵਿੱਚ ਜਾਣਾ, ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ, ਹੀਰ ਦਾ ਸਿਦਕ ਅਤੇ ਕਿੱਸੇ ਦੀ ਸਮਾਪਤੀ ਕਵਿਤਾਵਾਂ ਰਾਹੀਂ ਹੀਰ ਅਤੇ ਰਾਂਝੇ ਦੀ ਪ੍ਰੇਮ ਕਹਾਣੀ ਨੂੰ ਬਿਆਨ ਕੀਤਾ ਹੈ। ਧੰਨਵਾਦ।